ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਜੋ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਬਹੁਤ ਹੀ ਮੰਦਭਾਗੀ ਹਿਰਦੇ ਵਿਦਕ ਘਟਨਾ ਵਾਪਰੀ ਸੀ ਔਰ ਦੋਸ਼ੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ। ਪੁਲਿਸ ਨੇ ਜੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਕੀਤੀ ਹੈ, ਜਿਸ ਵਿੱਚ ਕਿ ਇੱਕ ਅਸੀਂ ਆਪਣੀ ਇਨਵੈਸਟੀਗੇਸ਼ਨ ਟੀਮ ਵੀ ਬਣਾਈ, ਪਰ ਹੁਣ ਤੱਕ ਦੀ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਵੀ ਇਸ ਕੇਸ ਦਾ ਇਹਦੇ ਪਿੱਛੇ ਕੌਣ ਹੈ, ਸਾਜ਼ਿਸ਼ਕਰਤਾ ਕੌਣ ਹੈ ਔਰ ਕਿਹਦੇ ਕਹਿਣ 'ਤੇ ਇਸ ਦੋਸ਼ੀ ਨੇ ਇਹ ਸਾਰਾ ਜਿਹੜਾ ਇੱਥੇ ਘਟਨਾ ਕੀਤੀ ਹੈ, ਕਿਉਂ ਕੀਤੀ ਹੈ, ਇਹਦੇ ਪਿੱਛੇ ਕੌਣ ਹੈ, ਇਹਦੀ ਮਾਂ ਕੌਣ ਹੈ ਕਿ ਜਿਹਨੇ ਇਸ ਘਟਨਾ ਨੂੰ ਕਰਨ ਵਾਸਤੇ ਉਹਨੂੰ ਪ੍ਰੇਰਿਤ ਕੀਤਾ, ਸਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਹੁਣ ਤੱਕ ਜਿਹੜੀ ਆਊਟਪੁੱਟ ਹੈ ਉਹ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚੋਂ ਨਹੀਂ ਮਿਲੀ। ਔਰ ਅਸੀਂ ਪੁਲਿਸ ਇਨਵੈਸਟੀਗੇਸ਼ਨ ਦੇ ਨਾਲ ਜਿਹੜੀ ਇੱਕ ਟੀਮ ਤਾਇਨਾਤ ਕੀਤੀ ਸੀ, ਕੋਈ ਸਾਰੇ ਵਿਚਾਰ ਸੁਣੇਗੀ ਮੌਕੇ 'ਤੇ, ਅਸੀਂ ਉਸ ਟੀਮ ਨੂੰ ਉਸ ਇਨਵੈਸਟੀਗੇਸ਼ਨ ਦੇ ਵਿੱਚੋਂ ਵਾਪਸ ਲੈ ਲਿਆ ਔਰ ਪੁਲਿਸ ਦੀ ਹੁਣ ਤੱਕ ਦੀ ਹੋਈ ਇਨਵੈਸਟੀਗੇਸ਼ਨ ਦੇ ਉੱਤੇ ਅਸੀਂ ਬਿਲਕੁਲ ਵੀ ਸੰਤੁਸ਼ਟ ਨਹੀਂ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੰਗਤ ਦੇ ਨਾਲ ਵਿਚਾਰ ਕਰਕੇ ਜਿਹੜਾ ਅਗਲਾ ਪ੍ਰੋਗਰਾਮ ਹੈ ਉਹਨੂੰ ਉਲੀਕਾਂਗੇ ਕਿ ਅਸੀਂ ਇਸ ਘਟਨਾ ਦੇ ਦੋਸ਼ੀ ਨੂੰ ਅੰਜਾਮ ਤੱਕ ਕਿਵੇਂ ਲੈ ਕੇ ਜਾਣਾ। ਨਵੇਂ ਏਪੀਪੀ ਲਾ ਕੇ ਜਿਹੜਾ ਇਹ ਪੂਰਾ ਮਸਲਾ ਜਿਹੜਾ ਹੈਗਾ ਹੋਣਾ ਚਾਹੀਦਾ। ਬਹੁਤ ਵੱਡੀ ਸਿਸਟਮ ਦੇ ਵਿੱਚ ਇੱਕ ਘਾਟ ਹੈ, ਸਿਸਟਮ ਦੇ ਵਿੱਚ ਬਹੁਤ ਵੱਡੀ ਇੱਕ ਘਾਟ ਹੈ ਕਿ 295 ਇਹ ਹੋਵੇ ਚਾਹੇ ਕੋਈ ਹੋਰ ਧਾਰਾਵਾਂ ਹੋਣ, ਇਹਦੇ ਇੰਪਰੂਵਲ ਜਿਹੜੀ ਹੈ ਉਹ ਹੋਮ ਮਿਨਿਸਟਰੀ ਦਿੰਦੀ ਹੈ ਔਰ ਹੋਮ ਮਿਨਿਸਟਰੀ ਦਾ ਜਿਹੜਾ ਮਹਿਕਮਾ ਉਹ ਮੁੱਖ ਮੰਤਰੀ ਕੋਲ ਹੈ ਔਰ ਮੁੱਖ ਮੰਤਰੀ ਨੇ ਇੱਕ ਗੈਰ ਸਿੱਖ ਨੂੰ ਉਸ ਥਾਂ 'ਤੇ ਬਿਠਾਇਆ ਹੋਇਆ ਔਰ ਪੁਲਿਸ ਜਿਹੜੀ ਹੈ ਇੰਪਰੂਵਲ ਆਉਣ ਤੱਕ ਚਲਾਨ ਪੇਸ਼ ਨਹੀਂ ਕਰ ਸਕਦੀ। ਜਦ ਤੱਕ ਉਹਦੀ ਇੰਪਰੂਵਲ ਹੋ ਕੇ ਆਉਂਦੀ ਹੈ ਤਦ ਤੱਕ ਜਿਹੜਾ ਉਹਦਾ ਸਮਾਂ ਹੈ ਜ਼ਮਾਨਤ ਦਾ ਉਹ ਨੇੜੇ ਆ ਜਾਂਦਾ ਹੈ ਅਤੇ ਦੋਸ਼ੀ ਜਿਹੜੇ ਨੇ ਉਹ ਬੜੀ ਆਸਾਨੀ ਦੇ ਨਾਲ ਹੀ ਜ਼ਮਾਨਤਾਂ ਕਰਾ ਕੇ ਜੇਲ੍ਹਾਂ ਦੇ ਵਿੱਚੋਂ ਬਾਹਰ ਆ ਜਾਂਦੇ ਨੇ। ਅਸੀਂ ਧੰਨਵਾਦ ਕਰਦੇ ਹਾਂ ਰਾਣਾ ਕੰਵਰਪਾਲ ਸਿੰਘ ਹੋਰਾਂ ਦਾ ਕਿ ਜਿਨ੍ਹਾਂ ਨੇ ਇਹਦਾ ਵਾਅਦਾ ਕੀਤਾ ਕਿ ਸਜ਼ਾ ਵੱਧ ਹੋਣੀ ਚਾਹੀਦੀ ਹੈ, ਪਰ ਅਸੀਂ ਕਹਿੰਦੇ ਹਾਂ ਕਿ ਸਾਡੇ ਧਰਮ ਦੇ ਨਾਲ ਹੀ ਇਹ ਖਿਲਵਾੜ ਕਿਉਂ ਕੀਤਾ ਜਾ ਰਿਹਾ। ਅਸੀਂ ਮੰਗ ਕਰਦੇ ਹਾਂ ਕਿ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਇਹੋ ਜਿਹੇ ਦੋਸ਼ ਕਰਨ ਵਾਲੇ ਨੂੰ ਹਮੇਸ਼ਾ ਸਜ਼ਾਏ ਮੌਤ ਦੇਣੀ ਚਾਹੀਦੀ ਹੈ। ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਲੇਕਿਨ ਸਾਡੇ ਹੀ ਧਰਮ ਨੂੰ ਹਰ ਵੇਲੇ ਹਰ ਥਾਂ 'ਤੇ ਟਾਰਗੇਟ ਕੀਤਾ ਜਾ ਰਿਹਾ। ਇਹ ਕਿਉਂ ਹੈ? ਅਸੀਂ ਗੁਰੂ ਕਿਰਪਾ ਕਰੇ ਕਿ ਐਸੀ ਘਟਨਾ ਕਿਤੇ ਨਾ ਵਾਪਰੇ, ਲੇਕਿਨ ਜੇ ਕਿਤੇ ਐਸਾ ਹੁੰਦਾ ਵੀ ਹੈ ਤਾਂ ਅਸੀਂ ਇਹ ਮੰਗ ਕਰਦੇ ਹਾਂ ਕਿ ਉਹਨੂੰ ਸਜ਼ਾਏ ਮੌਤ ਹੋਣੀ ਚਾਹੀਦੀ ਹੈ। ਸਾਰੀ ਉਹਨਾਂ ਦੀ ਡਰਾਮੇਬਾਜ਼ੀ ਹੈ। ਹੁਣ ਤੱਕ ਜਿੰਨੀਆਂ ਵੀ ਘਟਨਾਵਾਂ ਹੋਈਆਂ ਉਹਦੇ ਦੋਸ਼ੀਆਂ ਦੀਆਂ ਤਾਰਾਂ ਡੇਰਾ ਸਿਰਸਾ ਦੇ ਨਾਲ ਜੁੜੀਆਂ ਨੇ ਔਰ ਇਸ ਗੱਲ ਤੋਂ ਕਦੇ ਵੀ ਇਨਕਾਰੀ ਨਹੀਂ ਹੋ ਸਕਦੇ। ਔਰ ਖ਼ਾਸ ਕਰਕੇ ਇਸ ਕੇਸ ਦੇ ਵਿੱਚ ਇੱਕ ਹੋਰ ਪਹਿਲੂ ਜਾਣਨ ਵਾਲਾ ਹੈ ਕਿ ਇਸ ਦੋਸ਼ੀ ਦੇ ਪਿਓ ਨੇ, ਪਰਮਜੀਤ ਸਿੰਘ ਦੇ ਪਿਓ ਨੇ, ਗੁਰਮੇਲ ਸਿੰਘ ਨੇ ਇੱਕ ਡੇਰਾ ਸਿਰਸਾ ਦਾ ਉਪਾਸ਼ਕ ਹੋਣ ਕਰਕੇ ਆਪਣੇ ਪੁੱਤਰ ਪਰਮਜੀਤ ਸਿੰਘ ਨੂੰ ਨਸ਼ਾ ਛਡਾਊ ਕੇਂਦਰ ਦਾ ਬਹਾਨਾ ਬਣਾ ਕੇ ਤੇ ਗੁਰਮਤਿ ਵਿਦਿਆਲਿਆਂ ਦੇ ਵਿੱਚ ਛੱਡਿਆ ਹੈ। ਉਹ ਸਿਰਸੇ ਵਾਲੇ ਸਾਹਿਬ ਦਾ ਚੇਲਾ ਔਰ ਛੱਡਿਆ ਉਹਨੂੰ ਗੁਰਮਤਿ ਵਿਦਿਆਲਿਆਂ ਦੇ ਵਿੱਚ। ਉਹਦੇ ਪਿੱਛੇ ਉਹਦੀ ਮਨਸ਼ਾ ਕੀ ਸੀ, ਇਹ ਵੀ ਸਾਰਾ ਕੁਝ ਸਾਹਮਣੇ ਬਿਲਕੁਲ ਜ਼ਰੂਰ ਆਉਣਾ ਚਾਹੀਦਾ ਕਿ ਉਹਨਾਂ ਗੁਰਮਤਿ ਵਿਦਿਆਲਿਆਂ ਦੇ ਵਿੱਚ ਇਸ ਪੰਥ ਦੋਖੀ ਦੇ ਚੇਲੇ ਨੂੰ ਉਹਦੇ ਬਾਪ ਨੇ ਕਿਉਂ ਛੱਡਿਆ। ਪੁਲਿਸ ਕੋਲੋਂ ਤਾਂ ਮੈਂ ਪਹਿਲਾਂ ਕਹਿ ਚੁੱਕਾ ਕਿ ਸਾਨੂੰ ਕੋਈ ਵੀ ਕਿਸੇ ਪ੍ਰਕਾਰ ਦਾ ਇਨਸਾਫ ਮਿਲਣ ਦੀ ਆਸ ਬਿਲਕੁਲ ਨਹੀਂ ਲੱਗਦੀ, ਕਿਉਂਕਿ ਪੁਲਿਸ ਇਸ ਘਟਨਾ ਨੂੰ ਵੀ ਉਹਦੀ ਦਿਮਾਗੀ ਪਰੇਸ਼ਾਨੀ ਵਾਲੇ ਪਾਸੇ ਲੈ ਕੇ ਜਾਣ ਦਾ ਯਤਨ ਕਰ ਰਹੀ ਹੈ, ਜਿਹਨੂੰ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ। ਔਰ ਸੰਗਤ ਦੇ ਸਹਿਯੋਗ ਨਾਲ ਜੋ ਪੰਥ ਦੀ ਰਾਏ ਹੋਏਗੀ ਉਹਦੇ ਮੁਤਾਬਕ ਜਿਹੜਾ ਅਗਲਾ ਪ੍ਰੋਗਰਾਮ ਹੈ ਉਹਨੂੰ ਉਲੀਕ ਕੇ ਅਤੇ ਇਹਨੂੰ ਅੱਗੇ ਲੈ ਕੇ ਜਾਵਾਂਗੇ। ਇਹ ਸੰਗਤ ਨੇ ਫੈਸਲਾ ਕਰਨਾ। ਵੈਸੇ ਮੇਰੀ ਬੇਨਤੀ ਤਾਂ ਇਹ ਹੈ ਕਿ ਤਖ਼ਤ ਸਾਹਿਬ 'ਤੇ ਕੀਰਤਨ ਚੱਲਦਾ ਹਰ ਵੇਲੇ, ਕਥਾ ਚੱਲਦੀ ਹੈ ਅਤੇ ਹੇਠਾਂ ਜਿਹੜੀ ਮੀਟਿੰਗ ਕਰਨੀ ਹੈ ਉਹ ਠੀਕ ਨਹੀਂ ਲੱਗਦੀ, ਪਰ ਜਿਹੜਾ ਅਗਲਾ ਫੈਸਲਾ ਆ ਇਹਦੇ ਖਿਲਾਫ ਹੀ ਅਸੀਂ ਇਸ ਨੂੰ ਅੱਗੇ ਜਿਹੜਾ ਸਾਡੇ ਮਨਾਂ ਵਿੱਚ ਰੋਹ ਹੈ ਇਹਨੂੰ ਅਸੀਂ ਅੱਗੇ ਕਿਵੇਂ ਲੈ ਕੇ ਜਾਣਾ, ਇਹ ਸੰਗਤ ਨਾਲ ਵਿਚਾਰ ਕਰਕੇ ਅਗਲਾ ਪ੍ਰੋਗਰਾਮ ਜਿਹੜਾ ਅਸੀਂ ਉਲੀਕ ਲਾਂਗੇ। ਬਿਲਕੁਲ ਲਗਾਉਣਾ ਚਾਹੀਦਾ ਹੈ, ਕਿਉਂਕਿ ਪ੍ਰਸ਼ਾਸਨਿਕ ਥਾਵਾਂ 'ਤੇ ਜੇਕਰ ਅਸੀਂ ਜਾ ਕੇ ਧਰਨਾ ਲਾਵਾਂਗੇ ਜਾਂ ਬੈਠਾਂਗੇ ਤਾਂ ਪ੍ਰਸ਼ਾਸਨ ਦੇ ਉੱਤੇ ਸਾਨੂੰ ਦਬਾਅ ਬਣਾਉਣਾ ਚਾਹੀਦਾ ਹੈ ਕਿ ਪ੍ਰਸ਼ਾਸਨ ਮਜਬੂਰ ਹੋਵੇ ਸਾਡੀ ਗੱਲ ਸੁਣਨ ਵਾਸਤੇ ਔਰ ਜਿੰਨੀ ਵੀ ਛੇਤੀ ਹੋ ਸਕਦੀ ਹੈ ਇਸ ਦੋਸ਼ੀ ਦੇ ਖਿਲਾਫ ਵੱਧ ਤੋਂ ਵੱਧ ਸਖਤ ਤੋਂ ਸਖਤ ਜਿਹੜੀ ਕਾਰਵਾਈ ਉਹ ਕੀਤੀ ਜਾਏ। ਤਾਂ ਸੰਗਤ ਦੇ ਨਾਲ ਬਿਲਕੁਲ ਸਾਨੂੰ ਸਭ ਨੂੰ ਬਣਾ ਕੇ ਰੱਖਣਾ ਚਾਹੀਦਾ ਹੈ ਔਰ ਅਸੀਂ ਸਾਰੇ ਗੁਰੂ ਪੰਥ ਦੇ ਸੇਵਾਦਾਰ ਆ। ਜਿਹੜੀ ਸੰਗਤ ਬੈਠੀ ਹੈ ਇਹ ਸਾਰੀ ਸੇਵਾਦਾਰ ਹੈ, ਹਿਰਦਿਆਂ ਦੇ ਵਿੱਚ ਦਰਦ ਹੈ, ਤਾਂ ਹੀ ਸਾਰੇ ਇੱਥੇ ਆ ਕੇ ਬੈਠੇ ਹੋਏ ਨੇ ਔਰ ਸੰਗਤ ਨਾਲ ਹੀ ਸਭ ਕੁਛ ਹੈ। ਅਸੀਂ ਸਾਰੇ ਸੰਗਤ ਦੇ ਸੇਵਾਦਾਰ ਹਾਂ, ਜਿਵੇਂ ਜਿਵੇਂ ਸੰਗਤ ਹੁਕਮ ਕਰਕੇ ਅਸੀਂ ਤਿਵੇਂ ਚੱਲਾਂਗੇ। ਇਨ ਫਿਊਚਰ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ ਉਹਦੇ ਲਈ ਬਿਲਕੁਲ ਅਸੀਂ ਸੰਗਤ ਦੇ ਕੋਲੋਂ, ਸੰਪਰਦਾਵਾਂ ਦੇ ਕੋਲੋਂ ਰਾਵਾਂ ਵੀ ਲੈ ਰਹੇ ਹਾਂ ਕਿ ਅਸੀਂ ਇਨ ਫਿਊਚਰ ਜਿਹੜਾ ਕਿ ਇੱਦਾਂ ਦੀ ਘਟਨਾ ਕਿਤੇ ਨਾ ਵਾਪਰੇ, ਉਹਦੇ ਵਾਸਤੇ ਸਾਨੂੰ ਕੀ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਨੇ, ਕੀ ਸਾਨੂੰ ਸਿਕਿਉਰਿਟੀ ਪਰਪਸ ਜਿਹੜੇ ਨੇ ਉਹ ਵਰਤਣੇ ਚਾਹੀਦੇ ਨੇ, ਤਾਂ ਕਿ ਔਰ ਜਿਹੜੀ ਮੈਨ ਪਾਵਰ ਹੈ ਉਹ ਸਾਨੂੰ ਵੱਧ ਤੋਂ ਵੱਧ ਇਹਨਾਂ ਵੱਡੇ ਸਥਾਨਾਂ 'ਤੇ ਵਧਾਉਣੀ ਚਾਹੀਦੀ ਹੈ ਤਾਂ ਕਿ ਅਜਿਹੀ ਘਟਨਾ ਕੋਈ ਪੰਥ ਦੋਖੀ ਆ ਕੇ ਨਾ ਕਰ ਸਕੇ।
ਜਿਹੜਾ ਉਹਦਾ ਸਮਾਜਿਕ ਬਾਈਕਾਟ ਕੀਤਾ ਹੈ, ਉਹਦੀ ਜ਼ਮੀਨ ਤੱਕ ਠੇਕੇ ਮਾਮਲੇ ਤੇ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ। ਅਸੀਂ ਉਸ ਫੈਸਲੇ ਦੀ ਸ਼ਲਾਘਾ ਕਰਦੇ ਹਾਂ ਔਰ ਸਮੁੱਚੀ ਸੰਗਤ ਨੂੰ ਇਹ ਬੇਨਤੀ ਕਰਦੇ ਹਾਂ ਕਿ ਹੋਰ ਵੀ ਜਿਹੜੇ ਪਿੰਡਾਂ ਸ਼ਹਿਰਾਂ ਵਿੱਚ ਇਸ ਤਰ੍ਹਾਂ ਦੇ ਦੋਖੀ ਬੈਠੇ ਹੋਏ ਨੇ, ਉਹਨਾਂ ਦਾ ਮੁਕੰਮਲ ਪਰਿਵਾਰਕ ਸਮਾਜਿਕ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ। ਔਰ ਆਨੰਦਪੁਰ ਸਾਹਿਬ ਦੇ ਵਕੀਲਾਂ ਨੇ ਜੋ ਇਸ ਦੁਸ਼ਟ ਦਾ ਕੇਸ ਨਾ ਲੜਨ ਦਾ ਫੈਸਲਾ ਕੀਤਾ ਹੈ, ਦਾਸ ਉਹਦੀ ਵੀ ਪੁਰਜ਼ੋਰ ਸ਼ਲਾਘਾ ਕਰਦਾ ਹੈ ਔਰ ਸਮੁੱਚੇ ਵਕੀਲਾਂ ਨੂੰ, ਵਕੀਲ ਭਾਈਚਾਰੇ ਨੂੰ ਇਹ ਬੇਨਤੀ ਕਰਦਾ ਹੈ ਕਿ ਇਹ ਜੇ ਸਮਾਜ ਦੇ ਦੁਸ਼ਮਣ, ਪੰਥ ਦੇ ਦੋਖੀ ਦਾ ਕੇਸ ਜਿਹੜਾ ਕੋਈ ਵੀ ਵਕੀਲ ਨਾ ਲੜੇ। ਐਸੋਸੀਏਸ਼ਨ ਹੈ ਉਹਨਾਂ ਨੇ ਵੀ ਅਪੀਲ ਕਰਤੀ ਹੈ ਕਿ ਅਸੀਂ ਇਸ ਦੋਸ਼ੀ ਦਾ ਕੇਸ ਜਿਹੜਾ ਉਹ ਬਿਲਕੁਲ ਨਹੀਂ ਲੜਾਂਗੇ। ਸਾਰੇ ਵਕੀਲ ਇਹ ਫੈਸਲਾ ਕਰਨ ਕਿ ਇਸ ਦੋਸ਼ੀ ਦਾ, ਦੁਸ਼ਟ ਦਾ ਕੇਸ ਜਿਹੜਾ ਉਹ ਕੋਈ ਵੀ ਵਕੀਲ ਨਾ ਲੜੇ। ਦੇਖੋ, ਸੰਗਤ ਗੁਰੂ ਰੂਪ ਹੈ, ਸੰਗਤ ਅਸਤੀਫੇ ਦੀ ਮੰਗ ਕਰਦੀ ਹੈ ਤੇ ਮੈਂ 5 ਮਿੰਟਾਂ ਵਿੱਚ ਅਸਤੀਫਾ ਦੇਣ ਵਾਸਤੇ ਤਿਆਰ ਹਾਂ, ਕਿਉਂਕਿ ਜੇਕਰ ਮੇਰੇ ਅਸਤੀਫੇ ਦੇ ਨਾਲ ਇਹ ਬੇਅਦਬੀਆਂ ਦੇ ਮਾਮਲੇ ਰੁਕ ਜਾਣ ਤੇ ਮੇਰੇ ਤੋਂ ਵੱਡੇ ਭਾਗਾਂ ਵਾਲਾ ਹੋਰ ਕੋਈ ਨਹੀਂ ਹੋ ਸਕਦਾ। ਮੈਂ ਬਿਲਕੁਲ ਤਿਆਰ ਬਰ ਤਿਆਰ ਹਾਂ। ਸੰਗਤ ਕਹੇਗੀ ਤੇ 5 ਮਿੰਟ ਲਾਉਂਗਾ ਅਸਤੀਫਾ ਦੇਣ ਲਈ, ਔਰ ਜੇਕਰ ਅਸਤੀਫਾ ਇਸ ਮਸਲੇ ਦਾ ਹੱਲ ਹੈ ਤੇ ਮੈਂ ਅਸਤੀਫਾ ਦੇਣ ਵਾਸਤੇ ਬਿਲਕੁਲ ਤਿਆਰ ਬਰ ਤਿਆਰ ਹਾਂ।